सत श्री अकाल। तुसीं देख रहे हो पंजाब मेल यूएसए टीवी। मैं वरुण कौर मान। प्रोग्राम विरासती पैड़ां दे विच तुहाडा सारिआं दा बहुत बहुत स्वागत। मनोरंजन दे बहुत सारे साधन हुंदे ने। ਅਸੀਂ मनोरंजन ਦੇ ਲਈ ਕਦੇ ਲੈਪਟਾਪ ਦੇ ਉੱਤੇ ਗੇਮਸ ਖੇਡ ਲੈਂਦੇ ਹਾਂ, ਕਦੇ ਫੋਨ ਦੇ ਉੱਤੇ ਕੁਝ ਨਾ ਕੁਝ ਦੇਖਦੇ ਰਹਿੰਦੇ ਹਾਂ, ਕਦੇ ਸਿਨੇਮਾ ਘਰਾਂ ਨੂੰ ਚਲੇ ਜਾਂਦੇ ਹਾਂ, ਕਦੇ ਕਿਸੇ ਪਾਰਕ ਦੇ ਵਿੱਚ ਚਲੇ ਜਾਂਦੇ ਹਾਂ। ਅਣਗਿਣਤ ਸਾਧਨ ਨੇ मनोरंजन ਦੇ। ਪਰ ਕਦੇ ਸੋਚਿਆ ਕਿ ਜਦੋਂ ਇਹ ਸਭ ਚੀਜ਼ਾਂ ਨਹੀਂ ਹੋਇਆ ਕਰਦੀਆਂ ਸੀ ਉਦੋਂ मनोरंजन ਦੇ ਕਿਹੜੇ ਸਾਧਨ ਹੋਇਆ ਕਰਦੇ ਸਨ। बिल्कुल ਅੱਜ मैं ਤੁਹਾਡੇ ਨਾਲ ਗੱਲ ਕਰਨੀ ਹੈ ਉਹਨਾਂ मनोरंजन ਦੇ ਸਾਧਨਾਂ ਦੀ ਜੋ ਸਾਡੇ ਵਿਰਾਸਤ ਦਾ ਹਿੱਸਾ ਨੇ। ਹਾਂ, ਵਿੱਚੋਂ ਕਈ मनोरंजन ਦੇ ਸਾਧਨ ਅੱਜ ਵੀ ਅਸੀਂ ਵਰਤੋਂ ਦੇ ਵਿੱਚ ਲਿਆਉਂਦੇ ਹਾਂ, ਕਈ ਅਸੀਂ ਭੁੱਲ ਗਏ ਹਾਂ, ਕਿਉਂਕਿ ਜਦੋਂ ਵੀ ਵਿਰਾਸਤ ਦੀ ਗੱਲ ਹੋਏਗੀ ਇਹ ਗੱਲ ਹਮੇਸ਼ਾ ਹੋਏਗੀ ਕਿ ਕੁਝ ਚੀਜ਼ਾਂ ਅਲੋਪ ਹੋ ਗਈਆਂ ਤੇ ਕੁਝ ਅੱਜ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਨੇ। ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ मनोरंजन ਦੇ ਸਾਧਨ। ਸਭ ਤੋਂ ਪਹਿਲਾਂ ਗੱਲ ਕਰਨ ਜਾ ਰਹੀ ਹਾਂ ਮੈਂ ਕਬੂਤਰਬਾਜ਼ੀ ਦੀ। ਅਸਲ ਦੇ ਵਿੱਚ ਸੁਰਮਈ ਕਬੂਤਰ ਹੁੰਦੇ ਨੇ ਜੋ ਸਾਨੂੰ ਆਮ ਤੌਰ ਤੇ ਘਰਾਂ ਦੇ ਬਨੇਰਿਆਂ ਤੇ ਬੈਠੇ ਹੋਏ ਮਿਲ ਜਾਂਦੇ ਨੇ ਜਾਂ ਰਾਹਾਂ ਦੇ ਵਿੱਚ ਚੁਰਸਤਿਆਂ ਦੇ ਵਿੱਚ ਬੈਠੇ ਹੋਏ ਮਿਲ ਜਾਂਦੇ ਨੇ। ਉਹ ਕਬੂਤਰ ਅਲੱਗ ਹੁੰਦੇ ਨੇ ਜਿਹੜੇ मनोरंजन ਦੇ ਲਈ ਕਬੂਤਰ ਰੱਖੇ ਜਾਂਦੇ ਨੇ ਜਾਂ ਆਪਣੇ मनोरंजन ਦੇ ਨਾਲ ਸ਼ੌਕ ਪੂਰਾ ਕਰਨ ਦੇ ਲਈ ਕਬੂਤਰ ਰੱਖੇ ਜਾਂਦੇ ਨੇ। ਉਹ ਚਿੱਟੇ ਰੰਗ ਦੇ ਹੁੰਦੇ ਨੇ, ਉਹ ਅਲੱਗ ਕਿਸਮ ਦੇ ਕਬੂਤਰ ਹੁੰਦੇ ਨੇ। ਉਹ ਜਿਹੜੇ ਕਬੂਤਰ ਹੁੰਦੇ ਨੇ ਪਹਿਲਾਂ ਤਾਂ ਚਿੱਠੀਆਂ ਪਾਉਣ ਦੇ ਕੰਮ ਆਇਆ ਕਰਦੇ ਸੀ ਮਹਾਰਾਜਿਆਂ ਦੇ ਲਈ ਜਾਂ ਹੋਰ ਪੁਰਾਣੇ ਸਮਿਆਂ 'ਚ ਜਿੱਥੇ ਵੀ ਚਿੱਠੀਆਂ ਭੇਜਣੀਆਂ ਹੁੰਦੀਆਂ ਸੀ, ਸੁਨੇਹੇ ਭੇਜਣੇ ਹੁੰਦੇ ਸੀ, ਉਹ ਜਾਂਦੇ ਸੀ ਸੁਨੇਹਾ ਦੇ ਕੇ ਫਿਰ ਸੁਨੇਹਾ ਲੈ ਕੇ ਆਉਂਦੇ ਸੀ ਔਰ ਆਪਸ ਦੇ ਵਿੱਚ ਸੁਨੇਹੇ ਐਕਸਚੇਂਜ ਹੁੰਦੇ ਸੀ ਕਬੂਤਰਾਂ ਦੇ ਜ਼ਰੀਏ। मनोरंजन ਦਾ ਸਾਧਨ ਕਿਵੇਂ ਹੁੰਦੇ ਸਨ? ਅਸਲ ਦੇ ਵਿੱਚ ਕਬੂਤਰਾਂ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਨੇ। ਕਬੂਤਰਾਂ ਨੂੰ ਆਸਮਾਨ ਦੇ ਵਿੱਚ ਉਡਾਇਆ ਜਾਂਦਾ ਹੈ। ਸ਼ਰਤ ਰੱਖੀ ਜਾਂਦੀ ਹੈ। ਸ਼ਰਤ ਕਿਸ ਚੀਜ਼ ਦੀ ਹੁੰਦੀ ਹੈ? ਕਬੂਤਰਾਂ ਦੀਆਂ ਝਾਂਜਰਾਂ ਲਈ ਵੀ ਹੋ ਸਕਦੀ ਹੈ ਔਰ ਇਹਨਾਂ ਨੂੰ ਆਸਮਾਨ ਦੇ ਵਿੱਚ ਉਡਾ ਦੇਣ ਤੋਂ ਬਾਅਦ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਜਿਹੜਾ ਕਬੂਤਰ ਸਭ ਤੋਂ ਵੱਧ ਉੱਡੇਗਾ ਔਰ ਸਭ ਤੋਂ ਅਖੀਰ ਤੇ ਆ ਕੇ ਆਪਣੀ ਛਤਰੀ ਤੇ ਬੈਠੇਗਾ ਉਹ ਕਬੂਤਰ ਜਿੱਤਿਆ ਜਾਏਗਾ। ਬਿਲਕੁਲ। ਔਰ ਜਿਹੜਾ ਕਬੂਤਰ ਸਭ ਤੋਂ ਅਖੀਰ ਤੱਕ ਆਸਮਾਨ ਤੇ ਉੱਡਦਾ ਰਹਿੰਦਾ ਹੈ, ਉੱਡਣ ਤੋਂ ਬਾਅਦ ਅਖੀਰ ਤੇ ਆ ਕੇ ਬੈਠਾ ਰਹਿੰਦਾ ਹੈ, ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਔਰ ਜੇਤੂ ਕਰਾਰ ਦੇਣ ਤੋਂ ਬਾਅਦ ਉਸ ਮਾਲਕ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਜਿਸ ਨੇ ਆਪਣੇ ਕਬੂਤਰ ਨੂੰ ਇਸ ਤਰੀਕੇ ਦੇ ਨਾਲ ਟ੍ਰੇਨਡ ਕੀਤਾ ਹੁੰਦਾ ਹੈ। ਕਬੂਤਰਬਾਜ਼ੀ ਵੀ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈ ਕਿਉਂਕਿ मनोरंजन ਦੇ ਸਾਧਨ ਦੇ ਨਾਲ ਕਈਆਂ ਨੇ ਇਸ ਨੂੰ ਆਪਣਾ ਕਿੱਤਾ ਵੀ ਬਣਾਇਆ ਹੋਇਆ ਹੈ। ਕੁੱਕੜ ਲੜਾਉਣਾ। ਕੁੱਕੜਾਂ ਦੀ ਲੜਾਈ ਆਮ ਤੌਰ ਤੇ ਤੁਸੀਂ ਦੇਖੀ ਹੋਣੀ ਹੈ ਕਿਸੇ ਟੀਵੀ ਦੇ ਉੱਤੇ ਜਾਂ ਫਿਰ ਕਿਤੇ ਗੱਲਬਾਤ ਕਰਦਾ ਹੋਇਆ ਕੋਈ ਸੁਣਿਆ ਗਿਆ ਹੋਣਾ ਵੀ ਉਹ ਕੁੱਕੜ ਲੜਾਉਣ ਦਾ ਸ਼ੌਕ ਰੱਖਦੇ ਨੇ ਜਾਂ ਉਹਨਾਂ ਦੇ मनोरंजन ਦਾ ਸਾਧਨ ਵੀ ਕੁੱਕੜ ਲੜਾਉਣਾ। ਜਦੋਂ ਵੀ ਪੁਰਾਣੇ ਸਮਿਆਂ ਦੇ ਵਿੱਚ ਬੇਲ ਮਿਲਦੀ ਸੀ ਤਾਂ ਕੁੱਕੜ ਲੜਾਉਣ ਦੇ ਲਈ ਜ਼ਰੂਰ ਇਸ ਖੇਡ ਨੂੰ ਖੇਡਿਆ ਜਾਂਦਾ ਸੀ। ਹਾਲਾਂਕਿ ਇਹ ਜਿਹੜੇ ਕੁੱਕੜ ਹੁੰਦੇ ਨੇ ਇਹ ਖਾਸ ਕਿਸਮ ਦੇ ਕੁੱਕੜ ਹੁੰਦੇ ਨੇ ਜੋ ਲੜਾਈ ਦੇ ਲਈ ਵਰਤੇ ਜਾਂਦੇ ਨੇ ਔਰ ਇਹਨਾਂ ਕੁੱਕੜਾਂ ਦੀਆਂ ਜਿਹੜੀਆਂ ਖੇਡਾਂ ਨੇ ਮੁਸਲਮਾਨ ਜਾਤੀ ਦੇ ਲੋਕ ਜ਼ਿਆਦਾ ਕਰਾਉਂਦੇ ਹੁੰਦੇ ਸੀ। ਜੇ ਅਸੀਂ ਮਲੇਰਕੋਟਲੇ ਵੱਲ ਧਿਆਨ ਮਾਰੀਏ ਤਾਂ ਮਲੇਰਕੋਟਲੇ ਵੱਲ ਇਹ ਖੇਡ ਜ਼ਿਆਦਾ ਦੇਖਣ ਦੇ ਵਿੱਚ ਆਉਂਦੀ ਸੀ। ਕੁੱਕੜਾਂ ਨੂੰ ਬਦਾਮ ਮਣਕੇ ਖਿਲਾ ਕੇ ਤਿਆਰ ਕੀਤਾ ਜਾਂਦਾ ਸੀ, ਉਹਨਾਂ ਦੀ ਪ੍ਰੈਕਟਿਸ ਕਰਾਈ ਜਾਂਦੀ ਸੀ ਔਰ ਜਿਹੜੇ ਕੁੱਕੜ ਜਦੋਂ ਆਪਸ ਦੇ ਵਿੱਚ ਲੜਦੇ ਹੁੰਦੇ ਸੀ ਤਾਂ ਆਪਣੀਆਂ ਚੁੰਝਾਂ ਦੇ ਨਾਲ ਇੱਕ ਦੂਸਰੇ ਦੀ ਕਲਗੀ ਦੇ ਉੱਤੇ ਵਾਰ ਕਰਨਾ, ਗਲੇ ਦੇ ਉੱਤੇ ਵਾਰ ਕਰਨਾ, ਪੈਰਾਂ ਦੇ ਉੱਤੇ ਵਾਰ ਕਰਨਾ। ਲੋਕ ਘੇਰੇ ਬਣਾ ਕੇ ਆਸੇ-ਪਾਸੇ ਖੜੇ ਹੋ ਜਾਂਦੇ ਸੀ ਔਰ ਸ਼ੌਕ ਦੇ ਨਾਲ ਲੋਕ ਦੇਖਣ ਆਉਂਦੇ ਹੁੰਦੇ ਸੀ। ਪੈਸਿਆਂ ਦੀ ਸ਼ਰਤ ਲੱਗਦੀ ਹੁੰਦੀ ਸੀ ਕਿ ਕੁੱਕੜ ਜਿਹਦੇ ਜਿੱਤਣਗੇ ਉਹਨੂੰ ਇੰਨੇ ਪੈਸੇ ਮਿਲਣਗੇ, ਜਿਹੜੇ ਹਾਰਨਗੇ ਉਹ ਖਾਲੀ ਹੱਥ ਜਾਣਗੇ ਔਰ ਇੰਨੀ ਸਾਰੀ ਮਿਹਨਤ ਤੋਂ ਬਾਅਦ ਜਾ ਕੇ ਕੁੱਕੜਾਂ ਦੀ ਲੜਾਈ ਹੁੰਦੀ ਸੀ ਕਿਉਂਕਿ ਪ੍ਰੈਕਟਿਸ ਕਰਾਉਣੀ, ਖਿਲਾਉਣਾ ਪਿਲਾਉਣਾ, ਤਿਆਰੀਆਂ ਤੋਂ ਬਾਅਦ ਜਦੋਂ ਗੇਮ ਹੋਣੀ ਫਿਰ ਜਿਹਦਾ ਕੁੱਕੜ ਅਖੀਰ ਦੇ ਉੱਤੇ ਨਟਾਲ ਹੋ ਜਾਂਦਾ ਸੀ, ਥੱਕ ਜਾਂਦਾ ਸੀ, ਹਾਰ ਜਾਂਦਾ ਸੀ, ਡਿੱਗ ਜਾਂਦਾ ਸੀ, ਉਸ ਨੂੰ ਹਾਰਿਆ ਹੋਇਆ ਕਰਾਰ ਦੇ ਦਿੱਤਾ ਜਾਂਦਾ ਸੀ। ਕੁੱਕੜਬਾਜ਼ੀ ਜਿਹੜੀ ਹੈ ਹੁਣ ਬਹੁਤ ਘੱਟ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕੁਝ ਲੋਕ ਹਨ ਜਿਹੜੇ ਸ਼ੌਕ ਦੇ ਲਈ ਕੁੱਕੜ ਰੱਖਦੇ ਨੇ ਪਰ ਹੁਣ ਜ਼ਿਆਦਾਤਰ ਨੌਨ ਵੈਜ ਦੇ ਲਈ ਜਾਂ ਜਿਹੜੀ ਕੁੱਕੜੀ ਹੈ ਉਸਦੇ ਅੰਡਿਆਂ ਦੇ ਲਈ ਕੁੱਕੜਾਂ ਨੂੰ ਰੱਖਿਆ ਜਾਂਦਾ ਹੈ। ਕੁੱਕੜਬਾਜ਼ੀ ਦਾ ਸ਼ੌਕ ਪਹਿਲਾਂ ਜਿੰਨਾ ਨਹੀਂ ਰਿਹਾ।
ਜਲਸਾ ਜਲਸਾ ਵੀ ਇੱਕ ਮਨੋਰੰਜਨ ਦਾ ਸਾਧਨ ਹੋਇਆ ਕਰਦਾ ਸੀ। ਅਸਲ ਦੇ ਵਿੱਚ ਜਲਸੇ ਕੀ ਹੁੰਦੇ ਸਨ? ਜਲਸਿਆਂ ਦੇ ਵਿੱਚ ਨਾ ਮਰਦ ਜਿਹੜੇ ਨੇ ਤੀਵੀਆਂ ਦਾ ਭੇਸ ਬਣ ਕੇ ਨੱਚਿਆ ਕਰਦੇ ਸੀ। ਔਰਤਾਂ ਦੇ ਭੇਸ ਦੇ ਵਿੱਚ ਆ ਕੇ ਉਹ ਪਿੰਡਾਂ ਤੋਂ ਬਾਹਰ ਜਿਹੜੇ ਨੇ ਜਲਸੇ ਕੀਤੇ ਜਾਂਦੇ ਸੀ, ਨੱਚਦੇ ਸੀ, ਗਾਉਂਦੇ ਸੀ, ਬੋਲੀਆਂ ਪਾਉਂਦੇ ਸੀਗੇ। ਮੁੰਡੇ ਜਿਹੜੇ ਹੁੰਦੇ ਸੀ ਗੋਟਿਆਂ ਵਾਲੀਆਂ ਚੁੰਨੀਆਂ ਲੈ ਕੇ, ਘੱਗਰੇ ਪਾ ਕੇ ਨੱਚਦੇ। ਜਿਹੜੇ ਜਲਸੇ ਨੇ ਉਹ ਪਿੰਡਾਂ ਤੋਂ ਬਾਹਰ ਕਿਉਂ ਕੀਤੇ ਜਾਂਦੇ ਸੀ? ਕਿਉਂਕਿ ਇਹਨਾਂ ਦੇ ਵਿੱਚ ਜਿਹੜੀਆਂ ਬੋਲੀਆਂ ਹੁੰਦੀਆਂ ਸੀਗੀਆਂ ਥੋੜੀਆਂ ਪਰਿਵਾਰਕ ਨਹੀਂ ਸੀ ਹੁੰਦੀਆਂ। ਸੋ ਪਰਿਵਾਰਕ ਨਾ ਹੋਣ ਕਰਕੇ ਕੇਵਲ ਮਰਦ ਹੀ ਇਸ ਨਾਚ ਦਾ ਹਿੱਸਾ ਹੁੰਦੇ ਸੀ ਔਰ ਮਰਦ ਹੀ ਇਸ ਨਾਚ ਨੂੰ ਵੇਖਣ ਜਾਇਆ ਕਰਦੇ ਸੀ। ਜਦੋਂ ਕਿਤੇ ਵੀ ਜਲਸਾ ਆਉਣਾ ਤਾਂ ਪਿੰਡਾਂ ਦੇ ਵਿੱਚ ਇਕੱਠ ਲੱਗ ਜਾਣਾ ਔਰ ਜਲਸੇ ਵਾਲਿਆਂ ਨੇ ਇੱਕ ਪਿੰਡ, ਦੂਜੇ ਪਿੰਡ, ਤੀਜੇ ਪਿੰਡ, ਜਿੱਦਾਂ ਇੱਕ ਜ਼ਿਲ੍ਹੇ ਦੇ ਜਿੰਨੇ ਪਿੰਡ ਆ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਆਪਣੀ ਜਾ ਕੇ ਪਰਫਾਰਮੈਂਸ ਦੇਣੀ। ਫਿਰ ਕਈ ਲੋਕ ਦੁਆਰਾ ਵੱਖਰੇ ਵੱਖਰੇ ਪਿੰਡਾਂ 'ਚ ਜਲਸੇ ਦੇਖਣ ਜਾਂਦੇ ਸੀ। ਜਲਸਿਆਂ ਦੀ ਖਾਸੀਅਤ ਇਹ ਹੁੰਦੀ ਸੀ ਕਿ ਬੇਸ਼ੱਕ ਇਸ ਦੇ ਵਿੱਚ ਮਰਦ ਹੀ ਤੀਵੀਆਂ ਬਣਦੇ ਸੀ, ਪਰ ਕਲਾ ਨੂੰ ਬੜੇ ਹੀ ਸਹਿਜ ਤੇ ਸੁਭਾਵਕ ਤਰੀਕੇ ਦੇ ਨਾਲ ਦਿਖਾਇਆ ਜਾਂਦਾ ਸੀ। ਕਈ ਵਾਰ ਵਿਅੰਗ ਵੀ ਕੀਤੇ ਜਾਂਦੇ, ਹਾਸੋਹੀਣੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਤੇ ਨਾਲ ਦੇ ਨਾਲ ਮਨੋਰੰਜਨ ਵੀ ਹੁੰਦਾ। ਹੁਣ ਅਸੀਂ ਨਹੀਂ ਦੇਖਦੇ ਕਿ ਕਿਤੇ ਵੀ ਜਲਸੇ ਦੇਖਣ ਨੂੰ ਮਿਲਦੇ ਨੇ, ਕਿਉਂਕਿ ਜਦੋਂ ਵੀ ਆਪਾਂ ਆਸੇ-ਪਾਸੇ ਗੱਲ ਕਰੀਏ, ਚਾਹੇ ਇੰਡੀਆ ਜਾਈਏ ਜਾਂ ਫਿਰ ਇੰਡੀਆ ਦੇ ਲੋਕਾਂ ਦੀਆਂ ਗੱਲਾਂ ਸੁਣੀਏ, ਤੁਹਾਨੂੰ ਕਿਤੇ ਉਹ ਵੀ ਖਬਰ ਨਹੀਂ ਮਿਲੇਗੀ ਕਿ ਹੁਣ ਜਲਸਾ ਹੋਇਆ ਉਹਨਾਂ ਦੇ ਪਿੰਡਾਂ ਦੇ ਵਿੱਚ ਜਾਂ ਜਲਸੇ ਦੀ ਟੋਲੀ ਆਈ, ਕਿਉਂਕਿ ਇਹ ਰਿਵਾਜ ਖਤਮ ਹੋ ਗਿਆ। ਅਸਲ 'ਚ ਮਨੋਰੰਜਨ ਦੇ ਕਈ ਸਾਧਨ ਜੋ ਕਿ ਆਮ ਘਰਾਂ ਦੇ ਵਿੱਚ ਹੁੰਦੇ ਸੀ, ਪਿੰਡਾਂ ਦੇ ਵਿੱਚ ਹੁੰਦੇ ਸੀ, ਲੋਕਾਂ ਦੇ ਨਾਲ ਹੁੰਦੇ ਸੀ, ਉਹ ਜਦੋਂ ਦਾ ਟੀਵੀ ਆਇਆ ਇੱਕ ਸਟੂਡੀਓ 'ਚ ਹੋਣ ਲੱਗ ਗਏ। ਇੱਕ ਸਟੂਡੀਓ 'ਚ ਸ਼ੂਟਿੰਗ ਹੁੰਦੀ ਹੈ ਕਿਸੇ ਵੀ ਚੀਜ਼ ਦੀ ਔਰ ਸ਼ੂਟਿੰਗ ਤੋਂ ਬਾਅਦ ਉਸ ਨੂੰ ਟੀਵੀ ਦੇ ਉੱਤੇ ਟੈਲੀਕਾਸਟ ਕੀਤਾ ਜਾਂਦਾ ਹੈ। ਮਨੋਰੰਜਨ ਦਾ ਇੱਕ ਸਾਧਨ ਹੁੰਦਾ ਸੀ ਬਾਇਓਸਕੋਪ। ਜੇ ਯਾਦ ਹੋਵੇ ਤੁਹਾਨੂੰ ਤਾਂ ਇੱਕ ਰੇੜੀ ਜਿਹੀ ਵਾਲਾ ਆਉਂਦਾ ਹੁੰਦਾ ਸੀ ਔਰ ਵਿੱਚ ਫਿਲਮਾਂ ਦੀ ਰੀਲ ਫਿੱਟ ਕੀਤੀ ਹੁੰਦੀ ਸੀ ਔਰ ਇਦਾਂ ਕਰਕੇ ਧਿਆਨ ਦੇ ਨਾਲ ਆਪਾਂ ਦੇਖਦੇ ਹੁੰਦੇ ਸੀ ਕਿ ਕੀ ਚੱਲ ਰਿਹਾ ਹੈ। ਉਹਨੂੰ ਕਹਿੰਦੇ ਸੀ ਚੱਲਦਾ ਫਿਰਦਾ ਬਾਇਓਸਕੋਪ। ਅਸਲ ਦੇ ਵਿੱਚ ਇੱਕ ਲੱਕੜ ਦੀ ਪੇਟੀ ਜਿਹੀ ਹੁੰਦੀ ਸੀ ਔਰ ਪੇਟੀ ਦੇ ਵਿੱਚ ਵੱਖਰੀਆਂ ਵੱਖਰੀਆਂ ਫਿਲਮਾਂ ਦੀਆਂ ਫੋਟੋਗ੍ਰਾਫਸ ਜਿਹੜੀਆਂ ਨੇ ਉਹਨਾਂ ਦੀ ਇੱਕ ਚਿੱਪ ਲਾ ਦਿੱਤੀ ਜਾਂਦੀ ਸੀ। ਇੱਕ ਦੋ ਛੇਦ ਕਰ ਦਿੱਤੇ ਜਾਂਦੇ ਸੀ ਦੋ ਆਈਜ਼ ਦੇ ਲਈ, ਮਤਲਬ ਕਿ ਜੇ 4-5 ਕਰ ਦੇਣੇ, 4 ਖੁੰਝੇ ਆ ਪੇਟੀ ਦੇ ਤਾਂ 4 ਕਰ ਦੇਣੇ, ਹਨਾ। ਜੇ ਕਈਆਂ ਜਾਣਿਆਂ ਨੇ 6 ਰੱਖੇ ਹੁੰਦੇ ਸੀ ਕਿ ਇਕੱਠੇ ਲੋਕ ਦੇਖ ਸਕਣ। ਲੋਕ ਪੈਸਾ ਦੇਖ ਕੇ ਉਹ ਫਿਲਮਾਂ ਵਾਲਿਆਂ ਨੂੰ ਉਸ ਦੇ ਜ਼ਰੀਏ ਦੇਖਦੇ ਹੁੰਦੇ ਸੀ। ਐ ਕਿੱਲਾਂ ਲੱਗੀਆਂ ਹੁੰਦੀਆਂ ਸੀ, ਠੋਡੀ ਟਿਕਾ ਕੇ ਸਿਰਫ ਤੇ ਸਿਰਫ ਅੱਖਾਂ ਹੀ ਹੁੰਦੇ ਸੀ। ਪੇਟੀ ਦੇ ਵਿੱਚ ਪੂਰਾ ਹਨੇਰਾ ਹੁੰਦਾ ਸੀ। ਜਦੋਂ ਅਸੀਂ ਦੇਖਣੀਆਂ ਤੇ ਅੰਦਰੋਂ ਸਿਰਫ ਸਾਨੂੰ ਲਾਈਟ ਵਾਲੀਆਂ ਨੈਗੇਟਿਵ ਜਿਹੜੇ ਹੁੰਦੇ ਸਨ ਉਹ ਦਿਖਦੇ ਹੁੰਦੇ ਸੀ। ਜੇ ਹੁਣ ਆਪਾਂ ਸੋਚੀਏ ਕਿ ਕੋਈ ਬਾਇਓਸਕੋਪ ਵਾਲਾ ਆਇਆ ਤੇ ਅਸੀਂ ਆਪਣਾ ਮਨੋਰੰਜਨ ਕਰਨਾ, ਕਿੰਨਾ ਅਜੀਬ ਲੱਗੂਗਾ। ਅਸਲ 'ਚ ਇਹ ਚੀਜ਼ਾਂ ਕੇਵਲ ਤੇ ਕੇਵਲ ਇੱਕ ਸ਼ਿੰਗਾਰ ਬਣ ਕੇ ਰਹਿ ਚੁੱਕੀਆਂ ਨੇ। ਦੇਖੋ, ਸਮਾਂ ਜਿਹੜਾ ਹੈ ਉਸ ਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੈ। ਲੋੜ ਸਮੇਂ ਦੀ ਕਾਢ ਹੈ। ਉਸ ਸਮੇਂ ਲੋੜ ਸੀ, ਲੋਕਾਂ ਦੇ ਕੋਲ ਹੋਰ ਕੋਈ ਢੰਗ ਤਰੀਕਾ ਨਹੀਂ ਸੀ ਫਿਲਮਾਂ ਵਾਲਿਆਂ ਨੂੰ ਵੇਖਣ ਦਾ, ਉਹਨਾਂ ਦੀਆਂ ਫੋਟੋਜ਼ ਨੂੰ ਵੇਖਣ ਦਾ। ਉਹ ਇਸ ਤਰੀਕੇ ਨਾਲ ਦੇਖਦੇ ਸੀ। ਜੇ ਹੁਣ ਦੀ ਆਪਾਂ ਗੱਲ ਕਰੀਏ, ਹੁਣ ਤਾਂ ਜੀ ਸਿੱਧਾ ਹੀ ਫਿਲਮਾਂ ਵਾਲੇ ਆਪਣੀ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ ਆਈਡੀ ਦੇ ਉੱਤੇ ਆਪਣੀ ਫੋਟੋ ਪਾ ਦਿੰਦੇ ਨੇ, ਸਾਨੂੰ ਆਪਣੀਆਂ ਵੀਡੀਓਜ਼ ਪਾ ਦਿੰਦੇ ਨੇ ਤੇ ਸਾਨੂੰ ਲਾਈਵ ਪਤਾ ਲੱਗ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰ ਰਹੇ ਨੇ। ਜੋ ਵੀ ਹੈ ਮੇਲਿਆਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਉਹ ਬਾਇਓਸਕੋਪ ਵਾਲੇ ਆਨੰਦ, ਉਹ ਬਾਇਓਸਕੋਪ ਵਾਲੀਆਂ ਖੁਸ਼ੀਆਂ ਨਹੀਂ ਮਿਲਣੀਆਂ। ਕਿੰਨਾ ਚਾਅ ਜਿਹਾ ਹੁੰਦਾ ਸੀ ਕਿ ਹਾਏ ਫਟਾਫਟ ਉਹਦੀ ਵਾਰੀ ਖਤਮ ਹੋਵੇ, ਮੈਂ ਪੈਸੇ ਦੇਵਾਂ, ਮੇਰੀ ਵਾਰੀ ਆਵੇ, ਉਹਦੀ ਵਾਰੀ ਖਤਮ ਹੋਵੇ। ਐਂ ਹੀ ਵਾਰੀ ਪਿੰਡਾਂ ਦੇ ਵਿੱਚ ਘੁੰਮਦਾ ਬਾਇਓਸਕੋਪ ਵਾਲਾ, ਮੇਲਿਆਂ ਦੇ ਵਿੱਚ ਘੁੰਮਦਾ ਬਾਇਓਸਕੋਪ ਵਾਲਾ ਕਦੋਂ ਅਲੋਪ ਹੋ ਗਿਆ, ਪਤਾ ਹੀ ਨਹੀਂ ਲੱਗਿਆ। ਇੱਕ ਮਨੋਰੰਜਨ ਦਾ ਸਾਧਨ ਹੁੰਦਾ ਸੀ ਚਿੱਠਾ ਪੜ੍ਹਨਾ। ਮਤਲਬ ਕੋਈ ਨਾ ਕੋਈ ਕਿੱਸਾ ਲਿਖਿਆ ਹੁੰਦਾ ਸੀ ਉਸ ਦੇ ਉੱਤੇ, ਤੇ ਜਦੋਂ ਵੀ ਤਮਾਸ਼ੇ ਖੇਡਣੇ ਜਾਂ ਫਿਰ ਤਾਸ਼ਾਂ ਖੇਡਣੀਆਂ, ਫਿਰ ਸੱਥਾਂ ਦੇ ਵਿੱਚ ਬੈਠ ਜਾਣਾ, ਕੋਈ ਨਾ ਕੋਈ ਪੜ੍ਹਿਆ ਲਿਖਿਆ ਬੰਦਾ ਉਹ ਚਿੱਠਾ ਪੜ੍ਹ ਕੇ ਸੁਣਾਇਆ ਕਰਦਾ ਸੀ। ਇਹ ਰਿਵਾਜ਼ ਹੋਇਆ ਕਰਦਾ ਸੀਗਾ ਕਿ ਬਜ਼ੁਰਗ ਇਕੱਠੇ ਬੈਠੇ ਨੇ ਜਾਂ ਸਾਡੀਆਂ ਬਜ਼ੁਰਗ ਮਾਤਾ ਇਕੱਠੀਆਂ ਬੈਠੀਆਂ ਨੇ, ਕਿਸੇ ਪੜ੍ਹੇ ਲਿਖੇ ਬੰਦੇ ਨੇ ਕੋਈ ਨਾ ਕੋਈ ਕਿੱਸਾ ਸੁਣਾ ਦੇਣਾ, ਕੋਈ ਨਾ ਕੋਈ ਗੱਲਬਾਤ ਸੁਣਾ ਦੇਣੀ। ਕਿੰਨਾ ਵਧੀਆ ਮਨੋਰੰਜਨ ਦਾ ਸਾਧਨ ਸੀ। ਜੇ ਸੌਣ ਦੀ ਵੀ ਗੱਲ ਕਰੀਏ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਾਤਾਂ ਸੁਣਾਉਣੀਆਂ ਵੀ ਇੱਕ ਮਨੋਰੰਜਨ ਦਾ ਸਾਧਨ ਸੀ।
ਰਾਤ ਨੂੰ ਬਜ਼ੁਰਗਾਂ ਦੇ ਵੱਲੋਂ ਆਪਣੇ ਦੋਤੇ ਦੋਤੀਆਂ ਨੂੰ, ਪੋਤੇ ਪੋਤੀਆਂ ਨੂੰ ਜਾਂ ਹੋਰ ਜਿਹੜੇ ਜਵਾਕ ਨੇ ਉਹਨਾਂ ਨੂੰ ਕਹਾਣੀਆਂ ਸੁਣਾਉਣੀਆਂ ਇੱਕ ਮਨੋਰੰਜਨ ਦਾ ਸਾਧਨ ਸੀ। ਸਾਰਾ ਟੱਬਰ ਰਾਤ ਨੂੰ ਖੁੱਲੇ ਆਸਮਾਨ ਥੱਲੇ ਮੰਜੇ ਢਾ ਕੇ ਬੈਠ ਜਾਣਾ, ਤਾਰਿਆਂ ਨੂੰ ਦੇਖਦਿਆਂ ਹੋਇਆਂ ਉਹ ਗੱਲਾਂ ਬਾਤਾਂ ਕਰਨੀਆਂ, ਹਾਸੇ ਠੱਟੇ ਕਰਨੇ, ਮਖੌਲ ਕਰਨੇ। ਇੱਕ ਸਾਧਨ ਸੀ ਉਹ ਵੀ ਸਾਰੇ ਮਨੋਰੰਜਨ ਦੇ। ਕੇਵਲ ਉਹ ਮਨੋਰੰਜਨ ਦੇ ਸਾਧਨ ਹੀ ਨਹੀਂ ਸਨ, ਉਹ ਨਾਲ ਦੇ ਨਾਲ ਇੱਕ ਪਰਿਵਾਰਕ ਸਾਂਝ ਵੀ ਸੀ। ਹੁਣ ਟਾਈਮ ਨਹੀਂ ਹੈ ਕਿਸੇ ਦੇ ਕੋਲ ਕਿ ਅਸੀਂ ਰਾਤ ਨੂੰ ਵਿਹੜੇ ਦੇ ਵਿੱਚ ਘੁੰਮ ਸਕੀਏ, ਤਾਰੇ ਦੇਖ ਸਕੀਏ। ਆਪੋ ਆਪਣੇ ਕਮਰਿਆਂ ਦੇ ਵਿੱਚ ਬੈਠੇ ਹੋਏ ਅਸੀਂ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਹਰ ਅੱਜ ਤਾਰੇ ਚੜੇ ਵੀ ਆ ਕਿ ਨਹੀਂ। ਕਿਉਂਕਿ ਇੱਕ ਟਾਈਮ ਹੋਇਆ ਕਰਦਾ ਸੀ ਜਦੋਂ ਦੇਖਦੇ ਹੁੰਦੇ ਸੀ ਅੱਜ ਤਾਰੇ ਚੜੇ ਆ ਕਿ ਨਹੀਂ। ਤਾਰਿਆਂ ਦੇ ਨਾਂ ਰੱਖੇ ਹੁੰਦੇ ਸੀ, ਇਹ ਸਰਵਣ ਦੀ ਬਹਿੰਗੀ ਹੈ, ਇਹ ਧਰੂ ਤਾਰਾ ਹੈ, ਇਹ ਫਲਾਨਾ ਹੈ, ਇਹ ਉਹ ਹੈ, ਇਹ ਉਹ ਹੈ। ਇਹ ਸਭ ਚੀਜ਼ਾਂ ਹੌਲੀ ਹੌਲੀ ਮਨੋਰੰਜਨ ਦੀਆਂ ਹੁੰਦੀਆਂ ਹੋਈਆਂ ਸਾਧਨ ਖਤਮ ਤਾਂ ਹੋ ਗਈਆਂ, ਪਰ ਕੁਝ ਮਨੋਰੰਜਨ ਦੇ ਸਾਧਨ ਖਤਮ ਹੁੰਦੇ ਹੁੰਦੇ ਪਰਿਵਾਰਕ ਸਾਂਝਾਂ ਨੂੰ ਵੀ ਖਤਮ ਕਰ ਗਏ। ਨਕਲੀਏ, ਭੰਡ, ਮਦਾਰੀ, ਇਦਾਂ ਦੇ ਸਾਰੇ ਜਿਹੜੇ ਕਿਸੇ ਕਿੱਤੇ ਨਾਲ ਸੰਬੰਧਿਤ ਲੋਕ ਸਨ, ਇਹ ਵੀ ਇੱਕ ਮਨੋਰੰਜਨ ਦਾ ਸਾਧਨ ਹੁੰਦੇ ਸੀ। ਕਿਸੇ ਦਾ ਕਿੱਤਾ ਕਿਸੇ ਦੂਸਰੇ ਦਾ ਮਨੋਰੰਜਨ ਹੋ ਸਕਦਾ ਹੈ। ਹੁਣ ਮਦਾਰੀ ਆਪਣਾ ਕਿੱਤਾ ਕਰਦਾ ਹੈ ਪਰ ਵੇਖਣ ਵਾਲਿਆਂ ਦੇ ਲਈ ਉਹ ਮਨੋਰੰਜਨ ਹੈ। ਭੰਡ ਆਪਣਾ ਕਿੱਤਾ ਕਰਦੇ ਨੇ, ਵੇਖਣ ਵਾਲਿਆਂ ਦੇ ਲਈ ਉਹ ਮਨੋਰੰਜਨ ਹੈ। ਨਕਲੀਏ ਕਿਸੇ ਦੀਆਂ ਨਕਲਾਂ ਲਾਉਂਦੇ ਨੇ, ਐਕਟਿੰਗ ਕਰਦੇ ਨੇ, ਲੋਕਾਂ ਨੂੰ ਹਸਾਉਂਦੇ ਨੇ, ਪਰ ਕਿਸੇ ਦੇ ਲਈ ਉਹ ਮਨੋਰੰਜਨ ਹੈ। ਬੜੀ ਉਤਸੁਕਤਾ ਰਹਿੰਦੀ ਸੀ ਕਦੋਂ ਪਿੰਡ ਦੇ ਵਿੱਚ ਕਿਸੇ ਦਾ ਵਿਆਹ ਹੋਊਗਾ, ਭੰਡ ਆਉਣਗੇ ਔਰ ਅਸੀਂ ਆਪਣਾ ਜਿਹੜਾ ਮਨੋਰੰਜਨ ਹੈ ਕਰਾਂਗੇ। ਕਦੋਂ ਪਿੰਡਾਂ ਦੇ ਵਿੱਚ ਨਕਲੀਏ ਆਉਣਗੇ ਔਰ ਨਕਲੀਏ ਨਕਲ ਕਰਨਗੇ, ਹਸਾਉਣਗੇ ਸਾਨੂੰ ਖੁਸ਼ੀ ਦੇ ਲਈ ਮੌਕਾ ਮਿਲੇਗਾ। ਕਦੋਂ ਮਦਾਰੀ ਆਏਗਾ, ਡੁਗਡੁਗੀ ਬਜਾਏਗਾ, ਬੱਚੇ ਇਕੱਠੇ ਹੋਣਗੇ ਤੇ ਖੁਸ਼ ਹੋਣਗੇ। ਰਿਛਾਂ ਦੇ ਤਮਾਸ਼ੇ ਦੀ ਗੱਲ ਕੀਤੀ ਸੀ ਮੈਂ ਤੁਹਾਡੇ ਨਾਲ। ਕਿੱਤਿਆਂ ਦੇ ਵਿੱਚ ਰਿਛਾਂ ਦਾ ਤਮਾਸ਼ਾ ਕਿਸੇ ਲਈ ਕਿੱਤਾ ਹੈ ਪਰ ਕਿਸੇ ਦਾ ਮਨੋਰੰਜਨ ਹੈ। ਕੁੱਕੜਾਂ ਦੀ ਲੜਾਈ ਦੀ ਵੀ ਗੱਲ ਕੀਤੀ ਮੈਂ ਤੁਹਾਡੇ ਨਾਲ, ਕਬੂਤਰਬਾਜ਼ੀ ਦੀ ਵੀ ਗੱਲ ਕੀਤੀ। ਇੱਕ ਮਨੋਰੰਜਨ ਦਾ ਸਾਧਨ ਹੋਇਆ ਕਰਦਾ ਸੀ ਬਟੇਰੇ ਲੜਾਉਣਾ। ਬਟੇਰਿਆਂ ਦੀ ਲੜਾਈ ਪਾਣੀ ਦੇ ਵਿੱਚ ਹੁੰਦੀ ਸੀ ਔਰ ਬਟੇਰੇ ਲੜਾਉਣ ਵਾਲੇ ਨੂੰ ਬਟੇਰੇਬਾਜ਼ ਕਹਿੰਦੇ ਸਨ। ਬਟੇਰੇਬਾਜ਼ ਆਪਣਾ ਆਪਣਾ ਪਿੰਜਰਾ ਲੈ ਕੇ ਸਥਾਨਕ ਜਗ੍ਹਾ ਤੇ ਪਹੁੰਚਦੇ ਸਨ ਜੋ ਜਗ੍ਹਾ ਮਿੱਥੀ ਹੋਈ ਹੁੰਦੀ ਸੀਗੀ ਬਟੇਰਿਆਂ ਦੀ ਲੜਾਈ ਦੇ ਲਈ, ਔਰ ਆਪਣੇ ਆਪਣੇ ਬਟੇਰਿਆਂ ਨੂੰ ਪਿੰਜਰਿਆਂ ਦੇ ਵਿੱਚੋਂ ਖੋਲ ਦੇਣਾ ਔਰ ਬਟੇਰਿਆਂ ਨੇ ਭੱਜ ਕੇ ਇੱਕ ਦੂਸਰੇ ਦੇ ਉੱਤੇ ਝਪਟ ਪੈਣਾ। ਜਿਹੜਾ ਬਟੇਰਾ ਲੜਾਈ ਦੇ ਦੌਰਾਨ ਭੱਜ ਜਾਂਦਾ ਸੀ ਜਾਂ ਚੁੰਝਾ ਮਾਰਨੋਂ ਹਟ ਜਾਂਦਾ ਸੀ ਉਸ ਨੂੰ ਹਾਰਿਆ ਹੋਇਆ ਮੰਨਿਆ ਜਾਂਦਾ ਸੀ ਔਰ ਜੇਤੂ ਕਰਾਰ ਬੰਦੇ ਨੂੰ ਇਨਾਮ ਦਿੱਤਾ ਜਾਂਦਾ ਸੀ। ਇਨਾਮ ਦੇ ਵਜੋਂ ਕੋਈ ਰਾਸ਼ੀ ਹੁੰਦੀ ਸੀ ਜਾਂ ਸਮੇਂ ਦੇ ਹਿਸਾਬ ਦੇ ਨਾਲ ਚੀਜ਼ਾਂ ਹੋਇਆ ਕਰਦੀਆਂ ਸੀ। ਮੱਲਾਂ ਦੇ ਘੋੜ, ਅਸਲ ਦੇ ਵਿੱਚ ਕੁਸ਼ਤੀ ਬਾਰੇ ਵੀ ਤੁਸੀਂ ਸੁਣਿਆ, ਇਹ ਵੀ ਇੱਕ ਤਰੀਕੇ ਦੀ ਕੁਸ਼ਤੀ ਹੁੰਦੀ ਸੀ ਪਰ ਇਸ ਦੇ ਵਿੱਚ ਕੋਈ ਡਾਂਗ ਸੋਟੇ ਨਹੀਂ ਸੀ ਵਰਤੇ ਜਾਂਦੇ। ਨੌਜਵਾਨ ਜਿਹੜੇ ਨੇ ਇੱਕ ਦੂਸਰੇ ਨੂੰ ਫੜ ਕੇ ਐਨ ਕੁਸ਼ਤੀ ਕਰਦੇ ਹੋਏ ਨੀਚੇ ਧਰਤੀ ਤੇ ਸਿੱਟ ਦਿੰਦੇ ਸੀ। ਇਸ ਕੁਸ਼ਤੀ ਦੇ ਦੌਰਾਨ, ਇਸ ਮੱਲਾਂ ਦੇ ਘੋਲ ਦੇ ਦੌਰਾਨ, ਜੇ ਆਪਾਂ ਸਹੀ ਵਰਡ ਵਰਤੀਏ ਤਾਂ ਮੱਲਾਂ ਦਾ ਘੋਲ ਹੀ ਹੁੰਦਾ ਹੈ। ਇਸ ਦੇ ਦੌਰਾਨ ਇੱਕ ਰੈਫਰੀ ਹੁੰਦਾ ਸੀ। ਰੈਫਰੀ ਨੇ ਨਿਯਮ ਆਧਾਰਿਤ ਹੀ ਫੈਸਲਾ ਲੈਣਾ ਹੁੰਦਾ ਸੀ ਕਿਉਂਕਿ ਇਸ ਘੋਲ ਦੇ ਲਈ ਨਿਯਮ ਜਿਹੜੇ ਨੇ ਉਹ ਬੱਝੇ ਜਾਂਦੇ ਸੀ। ਨਿਯਮ ਰੱਖਣ ਤੋਂ ਬਾਅਦ ਨਿਯਮ ਦੇ ਹਿਸਾਬ ਦੇ ਨਾਲ ਹੀ ਜਿੱਤ ਪ੍ਰਾਪਤ ਕਰਨੀ ਹੁੰਦੀ ਸੀ। ਦੇਖੋ, ਉਹ ਹੋ ਗਿਆ ਨਾ ਕਿਸੇ ਦਾ ਰੋਜ਼ੀ ਰੋਟੀ ਤੇ ਉਹ ਹੋ ਗਿਆ ਕਿਸੇ ਦਾ ਮਨੋਰੰਜਨ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਘੋਲ ਵੇਖਣ ਜਾਇਆ ਕਰਦੇ ਸੀ। ਇਹ ਆਮ ਜਿਹੀ ਗੱਲ ਹੁੰਦੀ ਸੀ ਕਿ ਅੱਜ ਫਲਾਣੇ ਪਿੰਡ ਘੋਲ ਹੋਣਾ, ਅੱਜ ਫਲਾਨੀ ਜਗ੍ਹਾ ਘੋਲ ਹੋਣਾ, ਆਪਾਂ ਘੋਲ ਵੇਖਣ ਜਾਣੇ ਆ। ਸਮੇਂ ਨੇ ਬਹੁਤ ਕੁਝ ਬਦਲ ਦਿੱਤਾ। ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਕਿਉਂਕਿ ਕਹਿੰਦੇ ਨੇ ਬਹਿੰਦੇ ਹੋਏ ਪਾਣੀ ਚੰਗੇ ਹੁੰਦੇ ਨੇ, ਖੜੋਤੇ ਪਾਣੀ ਜਿਹੜੇ ਨੇ ਮੁਸ਼ਕ ਮਾਰਨ ਲੱਗ ਜਾਂਦੇ ਨੇ। ਪਰ ਕਦੇ ਸੋਚਿਆ ਹੈ ਕਿ ਜਦੋਂ ਅਸੀਂ ਪਾਣੀ ਦਾ ਬਹਾਅ ਜ਼ਰੂਰਤ ਤੋਂ ਜ਼ਿਆਦਾ ਤੇਜ਼ ਕਰ ਦਿੰਦੇ ਹਾਂ ਫਿਰ ਉਹ ਹੜ੍ਹ ਦਾ ਰੂਪ ਲੈ ਲੈਂਦਾ ਹੈ। ਸਮੇਂ ਦੇ ਹਿਸਾਬ ਦੇ ਨਾਲ ਬਦਲਦੇ ਹੋਏ ਆਪਣੇ ਸੱਭਿਆਚਾਰ ਨੂੰ ਚੇਤੇ ਰੱਖਣਾ ਔਰ ਆਪਣੇ ਸੱਭਿਆਚਾਰ ਨੂੰ ਯਾਦ ਰੱਖਦੇ ਹੋਏ ਕੁਝ ਚੀਜ਼ਾਂ ਨੂੰ ਅਪਣਾ ਵੀ ਲੈਣਾ ਜੋ ਅਪਣਾਈਆਂ ਜਾ ਸਕਦੀਆਂ ਨੇ ਤਾਂ ਬਹੁਤ ਵਧੀਆ ਹੈ। ਜੇ ਹੁਣ ਆਪਾਂ ਗੱਲ ਕਰੀਏ ਕਿ ਆਪਣੇ ਕੋਲ ਮਨੋਰੰਜਨ ਦਾ ਸਾਧਨ ਇੱਕ ਫੋਨ ਹੈ ਤੇ ਉਸ ਫੋਨ ਦੇ ਉੱਤੇ ਅਸੀਂ ਕਿੰਨੀ ਦੇਰ ਮਨੋਰੰਜਨ ਕਰ ਸਕਦੇ ਹਾਂ। ਇੰਨਾ ਜ਼ਿਆਦਾ ਵੀ ਨਹੀਂ ਕਰ ਸਕਦੇ ਕਿ ਸਾਡੀ ਹੈਲਥ ਹੈ ਜਿਹੜੀ ਉਸ ਨੂੰ ਸਮੱਸਿਆ ਹੋਵੇ, ਸਾਡੇ ਸਰੀਰ ਨੂੰ ਸਮੱਸਿਆ ਹੋਵੇ।
ਜਦੋਂ ਅਸੀਂ ਆਊਟਡੋਰ ਗੇਮਸ ਨਹੀਂ ਖੇਡਣ ਜਾਵਾਂਗੇ, ਮਨੋਰੰਜਨ ਦਾ ਸਾਧਨ ਕੁਦਰਤੀ ਤੌਰ ਤੇ ਨਹੀਂ ਕਰਾਂਗੇ, ਫਿਰ ਸਾਡੇ ਸਰੀਰ ਨੂੰ ਨੁਕਸਾਨ ਹੋਏਗਾ। ਮਨੋਰੰਜਨ ਦੇ ਸਾਧਨ ਹੋਣੇ ਬਹੁਤ ਜ਼ਰੂਰੀ ਨੇ, ਪਰ ਅਜਿਹੇ ਮਨੋਰੰਜਨ ਦੇ ਸਾਧਨ ਆਪਣੀ ਜ਼ਿੰਦਗੀ ਦੇ ਵਿੱਚ ਢਾਲੀਏ ਜਿਨ੍ਹਾਂ ਦੇ ਨਾਲ ਸਾਡੇ ਸਰੀਰ ਨੂੰ ਸਾਨੂੰ ਕੋਈ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਨਾ ਪਵੇ। ਪਰ ਮੈਨੂੰ ਇੱਕ ਚੀਜ਼ ਕਰਨੀ ਪੈਣੀ ਹੈ। ਪ੍ਰੋਗਰਾਮ ਵਿਰਾਸਤੀ ਪੈੜਾਂ ਨੂੰ ਇੱਥੇ ਹੀ ਖਤਮ। ਹਾਂਜੀ, ਟਾਈਮ ਪੂਰਾ ਹੋ ਗਿਆ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਸਤਿ ਸ੍ਰੀ ਅਕਾਲ।